ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹੋ ਕਰੀ ਵਖਿਆਨ। ਸਭ ਤੇ ਉਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਸ਼ਬਦ ਅਵਤਾਰ ਚਵਰ ਤਖਤ ਦੇ ਮਾਲਕ, ਨਾਮ ਕੇ ਬੋਇਤ ਬਾਣੀ ਦੇ ਥਾਹ ਸਾਗਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਪਾਰ ਰਹਿਮਤ ਕਿਰਪਾ ਕਰ ਰਹੇ ਨੇ। ਸਾਡੇ ਕਲਯੁਗੀ ਜੀਵਾਂ ਦਾ ਗੁਰ ਸ਼ਬਦ ਦੀ ਵਿਚਾਰ ਬਖਸ਼ ਕੇ, ਗੁਰੂ ਦਾ ਗਿਆਨ ਬਖਸ਼ ਕੇ ਪਾਰ ਉਤਾਰਾ ਕਰ ਰਹੇ ਹਨ। ਜਿੰਨੀਆਂ ਵੀ ਸੰਗਤਾਂ ਆਪ ਜੀ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ। ਆਓ ਗੁਰਮੁਖ ਪਿਆਰਿਓ, ਜਿੰਨਾ ਕੁ ਸਮਾਂ ਮਹਾਰਾਜ ਬਖਸ਼ ਦੇਣ, ਯਤਨ ਕਰੀਏ ਸਤਿਗੁਰਾਂ ਦੇ ਬਚਨਾਂ ਨੂੰ, ਗੁਰਬਾਣੀ ਦੇ ਗਿਆਨ ਨੂੰ ਅੰਦਰ ਧਾਰਨ ਕਰੀਏ। ਕਿਉਂਕਿ ਜਿੰਨਾ ਸਮਾਂ ਅਮਲ ਨਹੀਂ ਨਾ ਕਰਦੇ ਗੁਰਬਾਣੀ ਤੇ, ਗੁਰਬਾਣੀ ਨੂੰ ਅਪਣਾਉਂਦੇ ਨਹੀਂ,
ਗੁਰਬਾਣੀ ਅਨੁਸਾਰ ਜੀਵਨ ਨਹੀਂ ਨਾ ਜਿਉਣਾ ਕਰਦੇ। ਸਾਡਾ ਆ ਪੜ੍ਹਨਾ, ਸੁਣਨਾ, ਸੁਣਾਉਣਾ, ਕਥਾ ਕਰਨੀ, ਸੇਵਾ ਕਰਨੀ ਕਿਸੇ ਕੰਮ ਦਾ ਨਹੀਂ, ਕੋਈ ਲਾਹਾ ਨਹੀਂ। ਅਸਰ ਤਾਂ ਹੋਣਾ ਜੇ ਅਮਲ ਕਰਾਂਗੇ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਕੁਛ ਕੁ ਨੂੰ ਸੋਝੀ ਆ ਗਈ ਤੇ ਇੱਕ ਬੇਪਰਵਾਹ ਫਿਰਦੇ ਨੇ। ਬੇਪਰਵਾਹ ਨਾ ਹੋਈਏ, ਸੋਝੀ ਲਈਏ, ਗਿਆਨ ਕਰੀਏ। ਲੜੀਵਾਰ ਕਥਾ ਦਾਤੇ ਦੀ ਕਿਰਪਾ ਨਾਲ ਮਿਲੀ ਹੈ। ਕੱਲ ਜੋ ਵਿਚਾਰਿਆ ਸੀ ਕਿ ਸ਼ਬਦੇ ਨਾਮ ਧਿਆਈਏ, ਸ਼ਬਦੇ ਸੱਚ ਸਮਾਏ। ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਨਾਮ ਨੂੰ ਧਿਆਉਣਾ ਕਰੀਏ। ਕਹਿੰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੀ ਸੱਚੀ ਕਮਾਈ ਕਰਕੇ ਬ੍ਰਹਮ ਦੇ ਵਿੱਚ ਅਭੇਦ ਹੋ ਜਾਂਦਾ। ਜਿੰਨਾ ਟਾਈਮ ਸ਼ਬਦ ਦੀ ਵਿਚਾਰਨੀ ਨਾ, ਸੱਚੀ ਕਮਾਈ ਨਹੀਂ, ਮਨੁੱਖ ਬ੍ਰਹਮ ਦੇ ਵਿੱਚ ਅਭੇਦ ਨਹੀਂ ਹੋ ਸਕਦਾ। ਨਾ ਤਾਂ ਸਾਨੂੰ ਬ੍ਰਹਮ ਦਾ ਪਤਾ ਹੈ, ਨਾ ਸਾਨੂੰ ਸ਼ਬਦ ਦਾ ਪਤਾ ਹੈ, ਨਾ ਸਾਨੂੰ ਗਿਆਨ ਦਾ ਪਤਾ ਹੈ। ਇੱਕ ਸੰਸਾਰਕ ਜੀਵਨ ਹੈ, ਇੱਕ ਬੁੱਧੀ ਦਾ ਜੀਵਨ ਹੈ, ਇੱਕ ਅਧਿਆਤਮਕ ਤਲ ਬ੍ਰਹਮ ਦਾ ਜੀਵਨ ਹੈ। ਦੁਨੀਆ ਵਾਲਾ ਢਾਂਚਾ ਦਾ ਪਤਾ ਹੈ ਬੰਦੇ ਨੂੰ, ਪਰ ਅਧਿਆਤਮਕ ਗਿਆਨ ਜਿਹੜਾ ਆਪਣਾ ਅਸਲ ਮਨੋਰਥ ਜਿਹੜਾ, ਮੂਲ ਮਨੋਰਥ ਜਿਹੜਾ, ਉਹ ਨਹੀਂ ਪਤਾ। ਬ੍ਰਹਮ ਹੁੰਦਾ ਕੀ ਹੈ? ਮਹਾਰਾਜ ਕਹਿੰਦੇ ਆ, ਮਾਇਆ ਭੁੱਲੇ ਸਿੱਧ ਫਿਰੈ, ਸਮਾਧ ਨਾ ਲੱਗੈ ਸੁਭਾਏ। ਜਿਹੜੇ ਸਿੱਧ ਨੇ ਨਾ, ਸਿੱਧੀਆਂ ਦੇ ਮਾਲਕ ਮਛੰਦਰ ਨਾਥ, ਗੋਰਖਨਾਥ ਆਦਿਕ ਵੱਡੇ ਵੱਡੇ ਰਾਜ ਛੱਡ ਕੇ ਜੋਗੀਆਂ ਦੇ ਚੇਲੇ ਬਣ ਗਏ। ਪਰ ਮਾਇਆ ਦੀ ਡਲਾਉਣ ਵਾਲੀ ਸ਼ਕਤੀ ਨੇ ਸਿੱਧਾਂ ਨੂੰ ਭੁਲਾ ਦਿੱਤਾ, ਜੋ ਰਿੱਧੀਆਂ ਸਿੱਧੀਆਂ ਦਿਖਾ ਕੇ ਆਪਣੀ ਪੂਜਾ ਵਿੱਚ ਲੱਗ ਗਏ ਨੇ। ਬ੍ਰਹਮ ਚਿੰਤਨ ਨੂੰ ਛੱਡ ਕੇ ਜਿਹੜੀ ਮਾਇਆ ਭਾਵ ਜਿਹੜੀ ਆਪਣੀ ਪੂਜਾ ਵਾਸਤੇ ਸ਼ਕਤੀਆਂ ਦਿਖਾਉਣੀਆਂ, ਇਹ ਸਭ ਮਾਇਆ ਹੀ ਹੈ। ਆਪਣੀ ਪੂਜਾ ਕਰੋ ਨਹੀਂ। ਇੱਕ ਹੁੰਦਾ ਬ੍ਰਹਮ ਚਿੰਤਨ ਤੇ ਇੱਕ ਆਪਣੀਆਂ ਮਨੌਤਾਂ ਮਨਾਉਣੀਆਂ, ਆਪਣੇ ਗੋਡੇ ਕਢਵਾਉਣੇ ਕਹਿ ਲਈਏ ਪੰਜਾਬੀ 'ਚ, ਆਪਣੀ ਸੇਵਾ ਕਰਾਉਣੀ। ਬ੍ਰਹਮ ਦਾ ਚਿੰਤਨ ਛੱਡ ਕੇ ਇਹ ਮਾਇਆ ਹੀ ਹੈ ਸਭ, ਸ਼ਕਤੀਆਂ ਦਿਖਾਉਣੀਆਂ। ਜਿਸ ਤਰ੍ਹਾਂ ਮਾਧੋ ਦਾਸ ਲੱਗ ਗਿਆ ਸੀ, ਮਾਇਆ ਬਲਵਾਨ ਮੋਹ ਲਿਆ, ਆਤਮਾ ਬਲਵਾਨ ਸੀ, ਅਗਲੀ ਘਾਟੀ ਤੇ ਨਹੀਂ ਪਹੁੰਚ ਸਕਿਆ। ਗੁਰੂ ਸਾਹਿਬ ਕਹਿੰਦੇ ਆ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੈ ਮਨਿ ਆਏ। ਇਸ ਕਰਕੇ ਉਹਨਾਂ ਦੀ ਸੁਭਾਏ ਕਿ ਇਹ ਸੁਤੇ ਸਿੱਧ, ਨਿਰਵਿਕਲਪ ਸਮਾਧੀ ਨਹੀਂ ਲੱਗਦੀ। ਸੁਤੇ ਸਿੱਧ ਜਿਹੜੇ ਆਪਣੀ ਦੇਹ ਦੀ ਪੂਜਾ ਦਾ ਲਾਲਚ ਛੱਡ ਕੇ, ਰਿੱਧੀਆਂ ਸਿੱਧੀਆਂ ਕਰਾਮਾਤਾਂ ਛੱਡ ਕੇ, ਬੰਦ ਕਰ ਬੱਖੋ, ਰਿੱਧੀਆਂ ਸਿੱਧੀਆਂ ਛੱਡ ਕੇ, ਕਰਾਮਾਤਾਂ ਛੱਡ ਕੇ
ਬ੍ਰਹਮ ਚਿੰਤਨ ਕਰਦੇ ਨੇ, ਕਹਿੰਦੇ ਉਹਨਾਂ ਦੀ ਸੁਭਾਵਿਕ ਹੀ ਸਮਾਧੀ ਲੱਗ ਜਾਂਦੀ ਆ। ਇੱਥੇ ਵੀ ਤਕਰੀਬਨ ਇਹੀ ਦੇਖਿਆ ਜਾਂਦਾ ਸੰਸਾਰ 'ਚ, ਬ੍ਰਹਮ ਦਾ ਚਿੰਤਨ ਨਹੀਂ, ਬੰਦੇ ਸਿਲੇ ਕੱਢਦੇ ਨੇ। ਕਿਸੇ ਨੇ ਮਾਇਆ ਅਰਜਿਤ ਕਰਨੀ ਹੈ ਜੀ, ਕਿਸੇ ਨੇ ਕਿਸੇ ਤੇ ਜਿੱਤ ਪ੍ਰਾਪਤ ਕਰਨੀ ਹੈ, ਕਿਸੇ ਨੂੰ ਨੀਵਾਂ ਦਿਖਾਉਣਾ ਹੈ, ਕੋਈ ਸ਼ਕਤੀ ਰਿੱਧੀਆਂ ਸਿੱਧੀਆਂ ਅੱਗੇ ਲੰਘਣਾ, ਕਿਸੇ ਅਹੁਦੇ ਦੀ ਪਦਵੀ ਦੀ ਪ੍ਰਾਪਤੀ ਕਰਨੀ ਹੈ। ਠੀਕ ਹੈ, ਹੋ ਜੂ ਸਭ ਕੁਛ, ਪਰ ਬ੍ਰਹਮ ਚਿੰਤਨ ਕੁਛ ਹੋਰ ਹੈ। ਜੋ ਇਹ ਕਰਾਮਾਤਾਂ ਨੂੰ ਛੱਡ ਕੇ, ਨਾਲੇ ਗੁਰੂ ਦੇ ਦਰ ਤੇ ਗੁਰੂ ਦੇ ਘਰ 'ਚ ਤਾਂ ਕਰਾਮਾਤਾਂ ਦਿਖਾਉਣੀਆਂ ਅਪਰਾਧ ਨੇ। ਲੋਕ ਫਿਰ ਵੀ ਆ ਬਾਣੀ ਨੂੰ ਉਧਰਲੇ ਪਾਸੇ ਵਰਤਦੇ ਨੇ, ਸ਼ਕਤੀਆਂ ਵੱਲ। ਜੋ ਰਿੱਧੀਆਂ ਸਿੱਧੀਆਂ ਦੀਆਂ ਕਰਾਮਾਤਾਂ ਛੱਡ ਕੇ ਬ੍ਰਹਮ ਚਿੰਤਨ ਕਰਦੇ ਨੇ, ਉਹਨਾਂ ਦੀ ਸੁਤੇ ਸਿੱਧ ਹੀ ਸੁਭਾਵਿਕ ਹੀ ਸਮਾਧੀ ਲੱਗ ਜਾਂਦੀ ਆ। ਤੁਰਨਾ ਬੜਾ ਔਖਾ ਹੈ, ਚੱਕਰ ਚਲਾਉਣਾ ਅੰਦਰ ਨਾਮ ਰਸ ਬੜਾ ਔਖਾ। ਉਹ ਕਹਿੰਦੇ ਪਰ ਇਹਨਾਂ ਰਿੱਧੀਆਂ ਭਾਵ ਇਹਨਾਂ ਸਿੱਧਾਂ ਦੀ ਸਮਾਧੀ ਉਹਨਾਂ ਸਹਿਜ ਜੋਗੀਆਂ ਵਾਂਗੂ ਨਹੀਂ ਲੱਗਦੀ, ਕਿਉਂਕਿ ਮਛੰਦਰ ਨਾਥ ਰਿੱਧੀ ਸਿੱਧੀ ਦੀ ਸ਼ਕਤੀ ਨਾਲ ਸੰਗਲਾ ਦੀਪ ਦੇ ਮਹਾਰਾਜੇ ਅਮਰੂ ਦੀ ਦੇਹ ਵਿੱਚ ਕਾਇਆ, ਦੇਹ ਦੇ ਵਿੱਚ ਪਰ ਕਾਇਆ ਪ੍ਰਵੇਸ਼ ਸਿੱਧੀ ਦੁਆਰਾ ਮਰੇ ਰਾਜੇ ਦੀ ਦੇਹ ਵਿੱਚ ਵੜ ਕੇ, ਉਹ ਜਿਹੜਾ ਸੀਗਾ ਨਾ ਮਛੰਦਰ ਨਾਥ, ਪਦਮਣੀਆਂ ਦੇ ਸੁੱਖ ਭੋਗਦਾ ਰਿਹਾ। ਉਹ ਰਾਜਾ ਮਰ ਗਿਆ, ਰਾਜਾ ਅਮਰੂ ਆਪਣੀ ਸਿੱਧੀ ਦੁਆਰਾ ਆਪਣੀ ਆਤਮਾ ਜਿਹੜੀ ਸੀ ਉਸ ਰਾਜੇ ਦੇ ਸਰੀਰ 'ਚ ਉਹਨੇ ਵੜ ਲਈ। ਸੰਗਲਾਦੀਪ ਦਾ ਰਾਜਾ ਜਿਹੜਾ ਸੀ ਅਮਰੂ, ਤੇ ਪਦਮਣੀਆਂ ਦੇ ਸੁੱਖ ਭੋਗਦਾ ਰਿਹਾ। ਗੋਰਖਨਾਥ ਫਿਰ ਕੱਢ ਕੇ ਲਿਆਏ ਸੀ ਉੱਥੋਂ ਉਹਨੂੰ, ਗੰਦ ਦੇ ਢੇਰ 'ਚੋਂ। ਜਦੋਂ ਗੋਰਖਨਾਥ ਨੇ ਗੁਰੂ ਨਾਨਕ ਦੇਵ ਮਹਾਰਾਜ ਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਕਿ ਮੇਰੇ ਗੁਰੂ ਨੂੰ ਗਿਆਨ ਦਿਓ, ਗੋਰਖ ਕਹਿੰਦਾ, ਕਿਉਂਕਿ ਜੋਗੀਆਂ ਲਈ ਇਸ ਨੇ ਬੜਾ ਕਲੰਕ ਖੱਟ ਦਿੱਤਾ ਹੈ। ਆ ਜੋਗ ਸਿੱਧ ਜਿਹੜੇ ਨੇ, ਇਹਨਾਂ ਵਾਸਤੇ ਉਹਨੇ, ਮੇਰੇ ਗੁਰੂ ਨੇ ਮਛੰਦਰ ਨਾਥ ਨੇ ਕਲੰਕ ਖੱਟ ਲਿਆ, ਦਾਗ ਲਵਾ ਲਿਆ ਸਾਡੀ ਕੁਲ ਨੂੰ। ਮੇਰੀ ਗਿਣਤੀ ਜਤੀਆਂ ਵਿੱਚ ਹੈ ਤੇ ਮੇਰਾ ਗੁਰੂ ਮਛੰਦਰ ਨਾਥ ਘਰ-ਬਾਰ ਬਣਾ ਬੈਠਾ ਹੈ। ਤਾਂ ਗੁਰੂ ਸਾਹਿਬ ਜੀ ਨੇ ਕਿਹਾ, ਕਹਿੰਦੇ ਸੁਣ ਮਾਛੰਦਰਾ ਨਾਨਕ ਬੋਲੇ, ਬਸਗਤ ਪੰਚ ਕਰੇ ਨਹੀਂ ਡੋਲੇ। ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਨੇ, ਸੁਣ ਮਾਛੰਦਰਾ ਨਾਨਕ ਬੋਲੇ, ਬਸਗਤ ਪੰਚ ਕਰੇ ਨਹੀਂ ਡੋਲੇ। ਐਸੀ ਜੁਗਤ ਜੋਗ ਕਉ ਪਾਲੈ, ਆਪ ਤਰੈ ਸਗਲੇ ਕੁਲ ਉਤਾਰੇ। ਇਸ ਪ੍ਰਕਾਰ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਮਛੰਦਰ ਨਾਥ ਨੂੰ ਅਕਲ ਆਈ ਸੀ, ਜੋ ਆਪਣਾ ਸਰੀਰ ਛੱਡ ਕੇ ਰਾਜੇ ਦੇ, ਸੰਗਲਾਦੀਪ ਦਾ ਰਾਜਾ ਅਮਰੂ ਸੀ ਜਿਹੜਾ ਉਹਦੀ ਦੇਹ 'ਚ ਵੜ ਗਿਆ ਸੀ, ਉਹ ਮਰ ਗਿਆ ਸੀ, ਪਦਮਣੀਆਂ ਦੇ ਸੁੱਖ ਭੋਗਦਾ ਰਿਹਾ। ਗੁਰੂ ਨਾਨਕ ਦੇਵ ਮਹਾਰਾਜ ਨੇ ਸਮਝਾਇਆ, ਤਾਂ ਫਿਰ ਉਹਨੂੰ ਅਕਲ ਆਈ ਮਛੰਦਰ ਨਾਥ ਨੂੰ, ਗੋਰਖਨਾਥ ਦਾ ਗੁਰੂ ਜਿਹੜਾ ਸੀਗਾ। ਇੱਥੇ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਕਥਨ ਕੀਤਾ। ਮਹਾਰਾਜ ਸਮਝਾਉਂਦੇ ਨੇ ਕਿ ਸਿੱਧਾਂ ਦੀ ਸੁਭਾਵਿਕ ਸੁਤੇ ਸਿੱਧ ਸਮਾਧੀ ਨਹੀਂ ਲੱਗਦੀ, ਜਿਵੇਂ ਗੁਰਮੁਖਾਂ ਦੀ ਸੁਤੇ ਸਿੱਧ ਸਮਾਧੀ ਲੱਗੀ ਰਹਿੰਦੀ ਹੈ। ਮਾਇਆ ਦਾ ਪ੍ਰਭਾਵ ਕਰਕੇ ਇਹਨਾਂ ਸਿੱਧਾਂ ਦੀ ਸਮਾਧੀ ਨਹੀਂ ਲੱਗਦੀ। ਸਤਿਗੁਰ ਕਹਿੰਦੇ ਤੀਨੇ ਲੋਹ ਵਿਆਪਤ ਹੈ, ਅਦਕ ਰਹੀ ਲਪਟਾਏ। ਕਹਿੰਦੇ ਮਾਇਆ ਸਮਾਨ ਰੂਪ ਹੋਣ ਕਰਕੇ ਤੀਨੇ ਕਹੀਏ, ਤਿੰਨੇ ਲੋਕ ਆ ਜਿਹੜੇ ਨੇ ਇਹਨਾਂ ਦੇ ਵਿੱਚ ਵਿਆਪਤ ਹੋ ਰਹੀ ਆ। ਇੱਕ ਸਮਾਨ ਮਾਇਆ ਭਾਵ ਚਿੰਬੜੀ ਹੋਈ ਹੈ।
ਤਿੰਨੇ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਵੀ ਛਾਲੇ ਲਏ ਇਸ ਮਾਇਆ ਨੇ। ਕਹਾਣੀਆਂ ਕਥਾਵਾਂ ਆਪਾਂ ਜਾਣਦੇ ਹਾਂ, ਮਨਮੁਖਾਂ ਨੂੰ ਵਿਸ਼ੇਸ਼ ਕਰਕੇ ਲਪਟ ਰਹੀ ਹੈ, ਭਾਵ ਸਾਰਿਆਂ ਨੂੰ ਅਧਿਕਤਾ ਕਰਕੇ ਆਪਣੇ ਵਿੱਚ ਇਸ ਮਾਇਆ ਨੇ, ਮਾਇਆ ਦੀ ਆਪਣੱਤ ਨੇ ਫਸਾ ਲਿਆ, ਛਲ ਲਿਆ ਹਰ ਇੱਕ ਨੂੰ। ਤੇ ਸਤਿਗੁਰ ਕਹਿੰਦੇ ਨੇ ਬਿਨ ਗੁਰ ਮੁਕਤ ਨਾ ਪਾਈਐ, ਨਾ ਦੁੱਧਾ ਪਾਇਆ ਜਾਏ। ਇਹ ਤਾਂ ਗੁਰੂ ਕਿਰਪਾ ਕਰੇ ਬੰਦਾ ਬਚ ਜਾਏ, ਨਹੀਂ ਬੜੇ ਬੜੇ ਢੇਗ ਲਏ ਨੇ ਮਾਇਆ ਨੇ। ਕਹਿੰਦੇ ਗੁਰੂ ਤੋਂ ਬਿਨਾ ਮੁਕਤੀ ਨਹੀਂ ਪਾਈ ਜਾ ਸਕਦੀ, ਨਾ ਹੀ ਮਾਇਆ ਦੀ ਇੱਛਾ ਭਾਵ ਦੁੱਧ ਦਾ ਕਹੀਏ ਦੋ ਚਿੱਤਾ ਪੁਣ ਜਾਂਦਾ ਹੈ, ਨਾ ਦੁੱਧਾ ਮਾਇਆ ਜਾਏ। ਦੋ ਚਿੱਤਾ ਪਣ ਜਿਹੜਾ ਬੰਦਾ ਚੰਗਾ ਵੀ ਚਾਹੁੰਦਾ ਮਾੜਾ ਵੀ ਚਾਹੁੰਦਾ, ਚੰਗਾ ਵੀ ਦੇਖਦਾ ਮਾੜਾ ਵੀ ਦੇਖਦਾ, ਚੰਗੀ ਸੋਚ ਵੀ ਹੈ ਗੰਦੀ ਸੋਚ ਵੀ ਹੈ, ਸਭ ਚੱਲਦਾ। ਦੋ ਚਿੱਤਾ ਪਣ ਦੁੱਧਾ ਹੀ ਬਣੀ ਰਹਿੰਦੀ ਹੈ ਬੰਦੇ ਦੇ ਅੰਦਰ। ਨਿਰਣਾ ਨਹੀਂ ਕਰ ਸਕਦਾ, ਨਿਰਣਾ ਨਹੀਂ ਲੈ ਸਕਦਾ, ਇੱਕ ਪਾਸਾ ਨਹੀਂ ਕਰ ਸਕਦਾ, ਕਦੇ ਉਧਰ ਕਦੇ ਉਧਰ। ਗੁਰੂ ਤੋਂ ਬਿਨਾ ਪਾਰ ਉਤਾਰਾ ਨਹੀਂ, ਗਿਆਨ ਨਹੀਂ ਆ। ਤੇ ਮਹਾਰਾਜ ਕਹਿੰਦੇ ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਕੀ ਮਾਇਆ ਹੈ? ਮਾਇਆ ਕਿਹੜੇ ਕਰਮ ਕਮਾਉਂਦੀ ਹੈ? ਗੁਰੂ ਸਾਹਿਬ ਜੀ ਸਿੱਖ ਮੁਖ ਦੁਆਰਾ ਪ੍ਰਸ਼ਨ ਕਰਦੇ ਨੇ, ਕਹਿੰਦੇ ਮਾਇਆ ਕਿਹਨੂੰ ਕਹਿੰਦੇ ਨੇ? ਤੇ ਦੂਸਰਾ ਪ੍ਰਸ਼ਨ ਕਿ ਇਹ ਮਾਇਆ ਜਿਹੜੀ ਹੈ ਕਰਮ ਕੀ ਕਮਾਉਂਦੀ ਹੈ? ਸਿੱਖਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਮਾਇਆ ਕੀ ਹੈ, ਇਹ ਕਿਹੋ ਜਿਹੇ ਕਰਮ ਕਮਾਉਂਦੀ ਆ ਜੋ ਮਾਇਆ ਪੈਸਾ ਧਨ ਦੌਲਤ, ਇਹਨੂੰ ਮਾਇਆ ਨਾ ਸਮਝ ਲਿਓ ਵੀ ਇਹ ਮਾਇਆ। ਇਹ ਤਾਂ ਮਾਇਆ ਗੁਜਰਾਨ ਹੈ, ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ। ਜ਼ਰੂਰੀ ਨੇ ਚੀਜ਼ਾਂ ਸੰਸਾਰ 'ਚ, ਇਹਦੇ ਬਿਨਾਂ ਗੁਜ਼ਾਰਾ ਕਿੱਥੇ? ਜੇ ਬੰਦਾ ਮਾਇਆ ਨਹੀਂ ਕਮਾਊਗਾ, ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਕਰੂਗਾ? ਜੋ ਰੱਬ ਨੇ ਪਰਮੇਸ਼ਰ ਨੇ ਡਿਊਟੀ ਲਾਈ ਹੈ ਸਾਡੀ ਸਭ ਦੀ। ਹੁਣ ਜੇ ਬੰਦਾ ਵਿਹਲੜ ਬਣ ਕੇ ਬਹਿ ਗਿਆ, ਖੇਤੀਬਾੜੀ ਨਾ ਕੀਤੀ, ਹੁਣ ਸਾਰੇ ਝੋਨਾ ਲਾ ਰਹੇ ਨੇ ਜੀ, ਹੁਣ ਆਪਾਂ ਨਹੀਂ ਲਾਵਾਂਗੇ, ਕਿਵੇਂ ਗੁਜ਼ਾਰਾ ਹੋਣਾ? ਭੁੱਖੇ ਮਰਾਂਗੇ, ਮੰਗਣਾ ਪਊਗਾ। ਇਹ ਮਾਇਆ ਨਹੀਂ, ਇਹ ਕਿਰਤ ਹੈ ਸਾਡੀ ਦਸਾਂ ਨਾਹਾਂ ਦੀ। ਸੁਣੋ ਮਾਇਆ ਕੀ ਹੈ, ਕੀ ਮਾਇਆ ਕਮਾਉਂਦੀ ਆ। ਸਤਿਗੁਰ ਕਹਿੰਦੇ ਦੁੱਖ ਸੁੱਖ ਇਹੋ ਜਿਉ ਬੱਧ ਹੈ, ਹਉਮੈ ਕਰਮ ਕਮਾਏ। ਇਹ ਜੋ ਜਿਉ ਪੁਣਾ ਨਾ, ਇਹ ਵੀ ਮਾਇਆ ਕਰਕੇ ਹੀ ਹੈ। ਇਸ ਜੀਵ ਨੂੰ ਮਾਇਆ ਕਰਕੇ ਹੀ ਦੁੱਖ ਤੇ ਮਾਇਆ ਕਰਕੇ ਹੀ ਵਿਸੇ ਸੁਖ ਦਾ ਬੰਧਨ ਪਿਆ ਹੋਇਆ। ਇਹ ਜੀਵ ਦੁੱਖ ਸੁੱਖ ਦੇ ਵਿੱਚ, ਭਾਵ ਦੁੱਖ ਦੇ ਵਿੱਚ ਦੁੱਖ ਤੇ ਵਿਸ਼ੇ ਦੇ ਵਿੱਚ ਸੁੱਖ ਮੰਨਦਾ ਹੈ। ਇਸ ਕਰਕੇ ਮਾਇਆ ਦੇ ਬਦ ਬੰਧਨ ਵਿੱਚ ਬੱਝਾ ਹੋਇਆ। ਮਾਇਆ ਕੰਮ ਕੀ ਕਰਦੀ ਹੈ? ਇਹਦੇ ਜਵਾਬ ਮਹਾਰਾਜ ਕਹਿੰਦੇ ਇਹ ਮਾਇਆ ਜੀਵ ਦੇ ਕੋਲੋਂ ਹਉਮੈ ਹੰਗਤਾ ਦੇ ਕਰਮ ਕਮਾਉਂਦੀ ਹੈ। ਜਿਹੜੇ ਹਉਮੈ ਸਹਿਤ ਕਰਮ ਹਨ ਸਭ ਮਾਇਕੀ ਨੇ। ਆਪਣੀ ਹਉਮੈ ਕਰਕੇ ਭਾਵ ਹੰਕਾਰ ਦੇ ਵਿੱਚ ਕਰਮ ਕਰਨਾ, ਹੈਂਕੜ ਚ ਹੰਗਤਾ ਹਉਮੈ, ਇਹ ਸਮਝੋ ਕਿ ਸਭ ਮਾਇਕੀ ਨੇ। ਇੱਕ ਉਹਦੀ ਰਜਾ ਚ ਕਰਮ ਕਰਨੇ। ਵੇਦਾਂਤੀਆਂ ਨੇ ਮਾਇਆ ਅਨਰ ਬਚਨੀ ਮੰਨੀ ਹੈ। ਅਨਰ ਬਚਨੀ ਜਿਸ ਦੀ ਕਥਨੀ ਨਾ ਹੋ ਸਕੇ, ਮਾਇਆ ਜੋ ਕਥਨ ਵਿੱਚ ਨਾ ਆਵੇ। ਜਿਸ ਤਰ੍ਹਾਂ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦਾ ਬਚਨ ਹੈ, ਭਾਈ ਸੰਤੋਖ ਸਿੰਘ ਜੀ ਕਰਦੇ ਨੇ, ਲਖੋ ਅਨਰ ਬਚਨੀ ਇਹੋ ਅੰਤੇ। ਜਿਹੜੀਆਂ 9 ਜੁਗਤੀਆਂ ਨਾਲ ਸਹਾਰੇ
ਨਾ ਸਤ ਹੈ ਨਾ ਅਸਤ ਹੈ, ਨਾ ਸਤ ਹੈ ਨਾ ਸਤ ਅਸਤ ਉਭੈ ਹੈ, ਨਾ ਭਿੰਨ ਹੈ ਨਾ ਅਭਿੰਨ ਹੈ, ਨਾ ਭਿੰਨ ਅਭਿੰਨ ਉਭੈ ਹੈ, ਨਾ ਸਵੈਦ ਹੈ ਨਾ ਨਿਰਵੈਬ ਹੈ, ਨਾ ਸਵੈਬ ਨਿਰਵੈਬ ਉਭੈ ਹੈ, ਨਾ ਸਤ ਹੈ ਕਹੀਏ। ਇਸੇ ਪ੍ਰਕਾਰ ਜੇ ਮਾਇਆ ਨੂੰ ਸਤ ਸਰੂਪ ਕਹਿਣਾ ਕਰੀਏ ਤਾਂ ਸਤ ਪਦਾਰਥ ਉਹ ਹੁੰਦਾ ਜੋ ਤਿੰਨਾਂ ਕਾਲਾਂ ਵਿੱਚ ਨਾਸ ਨਾ ਹੋਵੇ, ਪਰੰਤੂ ਬ੍ਰਹਮ ਗਿਆਨ ਹੋਣ ਨਾਲ ਮਾਇਆ ਦਾ ਪ੍ਰਤੀਤ ਹੋਣਾ ਨਾਸ ਹੋ ਜਾਂਦਾ ਹੈ। ਇਸੇ ਪ੍ਰਕਾਰ ਮਾਇਆ ਸਤ ਸਰੂਪ ਵੀ ਨਹੀਂ ਕਹੀ ਜਾ ਸਕਦੀ, ਨਾ ਸਤ ਹੈ। ਜੇਕਰ ਮਾਇਆ ਨੂੰ ਅਸਤ ਭਾਵ ਝੂਠ ਕਹੀਏ ਤਾਂ ਅਸਤ ਪਦਾਰਥ ਉਹ ਕਹੀਂਦਾ ਜੋ ਤਿੰਨੇ ਕਾਲਾਂ ਵਿੱਚ ਭਾਸਦਾ ਨਾ ਹੋਵੇ, ਪਰ ਮਾਇਆ ਅਨੇਕਾਂ ਰੂਪਾਂ ਕਰਕੇ ਤਿੰਨੇ ਕਾਲਾਂ ਦੇ ਵਿੱਚ ਪ੍ਰਤੀਤ ਹੋ ਰਹੀ ਹੈ। ਮਹਾਰਾਜ ਕਹਿੰਦੇ ਆ ਜੀ, ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵੈ ਪ੍ਰਭ ਓਟ ਤੁਮਾਰੀ। ਜਿਸ ਪ੍ਰਕਾਰ ਮਨੁੱਖ ਦਾ ਪ੍ਰਤੀਬਿੰਬ ਪ੍ਰਤੀਤ ਹੁੰਦਾ ਹੈ ਪਰ ਪਕੜ ਵਿੱਚ ਨਹੀਂ ਆਉਂਦਾ, ਪਰਛਾਵਾਂ ਕਹਿੰਦੇ ਆ ਜਿਹਨੂੰ ਆਪਾਂ, ਜਾਂ ਪਾਣੀ 'ਚ ਕਹਿ ਲਓ ਪਰਛਾਈ ਸਾਡੀ, ਸੀਸੇ 'ਚ ਸਾਡਾ ਪ੍ਰਤੀਬਿੰਬ ਦਿੰਦਾ ਹੈ, ਫੋਟੋ ਤਸਵੀਰ ਦਿੰਦੀ ਹੈ, ਉਹਨੂੰ ਪਕੜ ਨਹੀਂ ਸਕਦੇ। ਜੇਕਰ ਇਹ ਕਹੀਏ ਕਿ ਪ੍ਰਤੀਬਿੰਬ ਨਹੀਂ ਹੈ ਤਾਂ ਸਾਹਮਣੇ ਭਾਸ ਰਿਹਾ ਵੀ ਪਰਛਾਵਾਂ ਨਹੀਂ, ਤਸਵੀਰ ਨਹੀਂ ਸੀਸੇ ਦੇ ਵਿੱਚ, ਉਹ ਤਾਂ ਦਿਖ ਰਿਹਾ, ਪਕੜਿਆ ਨਹੀਂ ਜਾ ਸਕਦਾ, ਦਿਖਾਈ ਤਾਂ ਦੇ ਰਿਹਾ। ਅਤੇ ਜੇਕਰ ਕਈ ਨਾ ਕਰੀਏ ਕਿ ਪ੍ਰਤੀਬਿੰਬ ਮੌਜੂਦ ਹੈ ਤਾਂ ਹੱਥਾਂ ਦੀ ਪਕੜ ਵਿੱਚ ਨਹੀਂ ਆ ਸਕਦਾ, ਵੀ ਹੈਗਾ ਤਾਂ ਫਿਰ ਫੜਿਆ ਵੀ ਨਹੀਂ ਜਾਂਦਾ। ਜਾਗਰਤ ਅਵਸਥਾ ਵਿੱਚ ਜਾਗਰਤ ਦੇ ਪਦਾਰਥਾਂ ਦਾ ਸਰੂਪ ਹੋ ਕੇ ਦਿਸ ਰਹੀ ਹੈ ਮਾਇਆ। ਸੁਪਨ ਅਵਸਥਾ ਵਿੱਚ ਸੁਪਨ ਦੇ ਪਦਾਰਥਾਂ ਦਾ ਸਰੂਪ ਹੋ ਕੇ ਦਿਸ ਰਹੀ ਹੈ। ਸੁਖੋਪਤੀ ਅਵਸਥਾ ਵਿੱਚ ਕਿ ਮੈਂ ਬੜਾ ਸੁਖ ਨਾਲ ਸੁੱਤਾ ਪਰ ਕੁਝ ਵੀ ਜਾਣ ਨਾ ਸਕਿਆ, ਉੱਥੇ ਅਗਿਆਨ ਰੂਪ ਕਰਕੇ ਦਿਸ ਰਹੀ ਹੈ ਮਾਇਆ। ਇਸ ਕਰਕੇ ਮਾਇਆ ਅਸਤ ਸਰੂਪ ਵੀ ਹੈ, ਸਤ ਸਰੂਪ ਵੀ ਹੈ, ਕਹੀ ਵੀ ਨਹੀਂ ਜਾ ਸਕਦੀ, ਉਹ ਕਹੀ ਵੀ ਜਾ ਸਕਦੀ ਹੈ। ਗੁਰੂ ਦੇ ਬਚਨਾਂ ਤੋਂ ਸ਼ਬਦਾਂ ਤੋਂ ਗਿਆਨ ਪ੍ਰਾਪਤ ਕਰੀਏ ਕਿ ਗੁਰਬਾਣੀ ਕਹਿੰਦੀ ਕੀ ਆ, ਕਿੱਥੇ ਕਸੀ ਫਸੇ ਫਿਰਨੇ ਆ, ਕਿੱਥੇ ਕਿ ਬਿਰਤੀ ਹੈ, ਕੀ ਬੰਦੇ ਦੇ ਸੰਕਲਪ ਵਿਕਲਪ ਨੇ ਗੁਰਬਾਣੀ ਅਨੁਸਾਰ ਹੋ ਗਏ ਜਾਂ ਨਾ ਹੋਏ। ਜਦੋਂ ਮਾਇਆ ਸਮਝ ਆ ਗਈ ਨਾ, ਉਹਦੇ ਨਾਲ ਪ੍ਰੀਤ ਜੁੜ ਜਾਣੀ ਆ। ਨਾ ਸਤ ਅਸਤ ਉਭੇ ਹੈ। ਜੇਕਰ ਇਹ ਕਹਿ ਦਈਏ ਕਿ ਸਤ ਸੱਚੀ ਹੈ, ਨਾ ਇਹ ਕਹੀਏ ਕਿ ਝੂਠੀ ਹੈ, ਨਾ ਸੱਚੀ ਨਾ ਝੂਠੀ, ਤੇ ਕਿਉਂਕਿ ਸਤ ਤੇ ਸਤ ਉਭੇ ਦੋਵੇਂ ਵਿਰੋਧੀ ਨੇ। ਸਤ ਤੇ ਝੂਠ, ਸੱਚ ਤੇ ਝੂਠ ਕਦੇ ਇਕੱਠੇ ਨਹੀਂ ਰਹਿ ਸਕਦੇ, ਵਿਰੋਧੀ ਨੇ। ਇੱਕੋ ਸਮੇਂ ਵਿੱਚ ਇੱਕ ਵਸਤੂ ਹੋਏਗੀ, ਦੋਏ ਨਹੀਂ ਇਕੱਠੀਆਂ ਹੋਣਗੀਆਂ। ਜਿਵੇਂ ਦਿਨ ਹੁੰਦਾ ਉਦੋਂ ਰਾਤ ਨਹੀਂ ਹੁੰਦੀ, ਭਾਵ ਜਿੱਥੇ ਚਾਨਣਾ ਹੋਵੇ ਉੱਥੇ ਹਨੇਰਾ ਨਹੀਂ, ਜਿੱਥੇ ਹਨੇਰਾ ਉੱਥੇ ਚਾਨਣਾ ਨਹੀਂ। ਇਹ ਇੱਕੋ ਕਾਲ ਸਮੇਂ ਵਿੱਚ ਨਹੀਂ ਰਹਿ ਸਕਦੇ। ਇਸੇ ਪ੍ਰਕਾਰ ਦੋਨੋਂ ਰੂਪ ਕਰਕੇ ਵੀ ਇਹ ਨਹੀਂ ਕਹੀ ਜਾ ਸਕਦੀ, ਭੇਦ ਨੇ। ਜਦੋਂ ਸਮਝ ਆ ਗਿਆ ਤਾਂ ਸਮਝੋ ਕਿ ਬ੍ਰਹਮ ਦਾ ਗਿਆਨ ਹੋ ਗਿਆ। ਤੇ ਆਓ ਜੀ ਰਹਿੰਦੀਆਂ ਵਿਚਾਰਾਂ ਅੱਗੇ ਵਿਚਾਰਾਂਗੇ। ਇੱਥੇ ਸਮਾਪਤੀ ਹੈ। ਭੁੱਲਾਂ ਤੋਂ ਖਿਮਾ। ਮਹਾਰਾਜ ਕਿਰਪਾ ਕਰਨ, ਸਭ ਦੀਆਂ ਬੇਨਤੀਆਂ ਪ੍ਰਵਾਨ ਕਰਨ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।